ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਗੱਲ ਕਰਨੀ ਹੈਗੀ ਆ ਆਇਲਟਸ ਰਾਈਟਿੰਗ ਟਾਸਕ 2 ਦੀ। ਠੀਕ ਹੈ, ਤਾਂ ਆਪਣੇ ਕੋਲ ਜਿਹੜੀ ਅੱਜ ਟਾਈਪ ਹੈਗੀ ਆ ਉਹ ਐਗਰੀ ਔਰ ਡਿਸਐਗਰੀ ਹੈ, ਜਿਹਦੇ ਵਿੱਚ ਐਕਸਟੈਂਡ ਪੁੱਛੀ ਹੋਵੇ। ਠੀਕ ਆ, ਐਗਰੀ ਔਰ ਡਿਸਐਗਰੀ ਟਾਈਪ ਵੀ ਆਪਣੇ ਕੋਲ 2 ਟਾਈਪਸ ਦੇ ਹੁੰਦੇ ਆ। ਠੀਕ ਆ, ਇੱਕ ਵਿੱਚ ਐਕਸਟੈਂਡ ਪੁੱਛੀ ਗਈ ਹੁੰਦੀ ਹੈ ਅਤੇ ਇੱਕ ਵਿੱਚ ਸਿੰਪਲੀ ਆਪਾਂ ਨੂੰ ਐਗਰੀ ਔਰ ਡਿਸਐਗਰੀ। ਠੀਕ ਆ, ਤਾਂ ਦੋਨਾਂ ਦਾ ਸਟਰਕਚਰ ਵੀ ਫਿਰ ਵੱਖਰਾ ਵੱਖਰਾ ਹੈਗਾ। ਜੇ ਤੁਸੀਂ ਐਕਸਟੈਂਡ ਤੱਕ, ਜੇ ਆਪਾਂ ਨੂੰ ਐਸੇ ਆਉਂਦਾ ਤੁਸੀਂ ਐਕਸਟੈਂਡ ਤੱਕ ਹੀ ਦੱਸਣਾ, ਤੁਹਾਡੀ ਪਾਰਸ਼ਲੀ ਆ ਜਾਂ ਕੰਪਲੀਟਲੀ ਹੈ ਜਾਂ ਅਪ ਟੂ ਲਾਰਜ ਐਕਸਟੈਂਡ ਹੈ। ਠੀਕ ਆ, ਉਹ ਮੈਂਸ਼ਨ ਕਰਨਾ। ਜੇ ਤੁਸੀਂ ਸਿੰਪਲੀ ਆਪਣੇ ਕੋਲ ਸਟੇਟਮੈਂਟ ਹੈਗੀ ਹੈ ਐਗਰੀ ਔਰ ਡਿਸਐਗਰੀ, ਤਾਂ ਤੁਸੀਂ ਇੱਕ ਪਾਸੇ ਜਾਣਾ ਐਗਰੀ ਔਰ ਡਿਸਐਗਰੀ। ਠੀਕ ਆ, ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਕਰਦੇ ਹੁੰਦੇ ਹਾਂ। ਜਿਹੜੀ ਅੱਜ ਦੀ ਵੀਡੀਓ ਹੈਗੀ ਉਹ ਸਪੈਸ਼ਲ ਜਿਹੜਾ ਇੱਕ ਸਟੂਡੈਂਟ ਦੀ ਡਿਮਾਂਡ 'ਤੇ ਬਣੀ ਹੈਗੀ ਆ, ਕਿਉਂਕਿ ਉਹਨਾਂ ਨੇ ਸਟੇਟਮੈਂਟ ਸ਼ੇਅਰ ਕੀਤੀ ਸੀਗੀ, ਤਾਂ ਆਪਾਂ ਅੱਜ ਦੀ ਜਿਹੜੀ ਵੀਡੀਓ ਉਸੇ ਸਟੇਟਮੈਂਟ 'ਤੇ ਬਣਾਈ ਹੈਗੀ ਹੈ। ਠੀਕ ਹੈ, ਤਾਂ ਆਪਣੇ ਕੋਲ ਕੀ ਆ, ਜਿਹੜੀ ਸਟੇਟਮੈਂਟ ਹੈਗੀ ਆ ਐਨੀਮਲਸ। ਠੀਕ ਹੈ, ਐਨੀਮਲਸ ਆਰ ਇਨ ਡੇਂਜਰ ਆਫ ਐਕਸਟਿੰਕਸ਼ਨ। ਠੀਕ ਆ, ਅਤੇ ਜਿਹੜੇ ਐਨੀਮਲਸ ਕੀ ਆ, ਮਤਲਬ ਖਤਰੇ ਦੀ ਕੰਗਾਰ 'ਤੇ ਆ। ਠੀਕ ਹੈ, ਸਮ ਪੀਪਲ ਸੇ ਦੈਟ। ਠੀਕ ਆ, ਕੁਛ ਲੋਕ ਕੀ ਕਹਿੰਦੇ ਹੈਗੇ ਆ, ਵੀ ਸ਼ੁੱਡ ਪ੍ਰੋਟੈਕਟ ਓਨਲੀ ਦੋਜ਼ ਐਨੀਮਲਸ। ਠੀਕ ਆ, ਤਾਂ ਚਾਹੀਦਾ ਹੈਗਾ ਕਿ ਉਹ ਸਿਰਫ ਉਹਨਾਂ ਐਨੀਮਲਸ ਨੂੰ ਪ੍ਰੋਟੈਕਟ ਕਰਨਾ ਵਿਚ ਆਰ ਯੂਜ਼ਫੁਲ ਟੂ ਹਿਊਮਨਸ, ਜਿਹੜੇ ਹਿਊਮਨਸ ਲਈ ਯੂਜ਼ਫੁਲ ਹੈ। ਠੀਕ ਆ, ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ। ਠੀਕ ਆ, ਜਦੋਂ ਤੁਹਾਡੇ ਕੋਲ ਸਟੇਟਮੈਂਟ ਆ ਗਈ, ਤੁਸੀਂ ਪੜ੍ਹਿਆ। ਠੀਕ ਆ, ਉਸ ਤੋਂ ਬਾਅਦ ਤੁਸੀਂ ਆਈਡੀਆਜ਼ ਜਨਰੇਟ ਕਰਨੇ ਆ। ਠੀਕ ਆ, ਆਪਣਾ ਫਸਟ ਇਹ ਹੁੰਦਾ ਨਾ ਆਈਡੀਆ ਟਾਸਕ ਰਿਸਪੌਂਸ ਤੁਹਾਡਾ ਹੋਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ। ਉਹਦਾ ਕੀ ਹੈਗਾ, ਦੇਖੋ ਹੁਣ ਆਪਾਂ ਨੂੰ ਜਿਵੇਂ ਕਿ ਇਹਨਾਂ ਨੇ ਅੱਜ ਕਿਹਾ ਹੈਗਾ ਸਟੇਟਮੈਂਟ ਦੇ ਵਿੱਚ ਕਿ ਮਤਲਬ ਹਿਊਮਨਸ ਨੂੰ ਸਿਰਫ ਉਹੀ ਜਿਹੜੇ ਐਨੀਮਲਸ ਪ੍ਰੋਟੈਕਟ ਕਰਨੇ ਚਾਹੀਦੇ ਹੈਗੇ ਆ ਜਿਹੜੇ ਕਿ ਉਹਨਾਂ ਦੇ ਲਈ ਯੂਜ਼ਫੁਲ ਹੈਗੇ ਆ। ਠੀਕ ਹੈ, ਜਿਹੜੇ ਨਹੀਂ ਯੂਜ਼ਫੁਲ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਕੋਈ ਲੋੜ ਨਹੀਂ ਹੈਗੀ। ਠੀਕ ਹੈ, ਹੁਣ ਜੇ ਤੁਸੀਂ ਮਤਲਬ ਕਿ ਇਸ ਦੇ ਨਾਲ ਐਗਰੀ ਕਰਦੇ ਹੈਗੇ ਆ ਹੈ ਨਾ, ਤਾਂ ਫਿਰ ਵੀ ਤੁਸੀਂ ਰੀਜ਼ਨ ਦੱਸਣੇ ਆ ਕਿ ਕਿਉਂ ਇਕੱਲੇ ਉਹੀ ਜ਼ਰੂਰੀ ਹੈਗੇ ਆ, ਬਾਕੀਆਂ ਦੀ ਲੋੜ ਨਹੀਂ ਹੈਗੀ। ਠੀਕ ਹੈ, ਜੇ ਤੁਸੀਂ ਡਿਸਐਗਰੀ ਆ ਤਾਂ ਵੀ ਤੁਸੀਂ ਇਹ ਰੀਜ਼ਨ ਦੱਸਣੇ ਹੈਗੇ ਆ ਕਿ ਕਿਉਂ ਸਾਰੇ ਪ੍ਰੋਟੈਕਟ ਕਰਨੇ ਚਾਹੀਦੇ ਹੈਗੇ ਆ, ਮਤਲਬ ਉਹਨਾਂ ਇਕੱਲਿਆਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਜਿਹੜੇ ਯੂਜ਼ਫੁਲ ਹੈਗੇ ਆ। ਠੀਕ ਆ, ਹੁਣ ਜਿਹੜੇ ਕਾਫੀ ਸਟੂਡੈਂਟ ਹੈਗੇ ਆ ਜਦੋਂ ਇਹ ਸਟੇਟਮੈਂਟ ਦੇਖਣਗੇ ਤਾਂ ਉਹ ਆਈਡੀਆਜ਼ ਪਤਾ ਕਿੱਦਾਂ ਬਣਾਉਣਗੇ। ਦੇਖੋ ਕਿ ਐਨੀਮਲਸ ਨੂੰ ਪ੍ਰੋਟੈਕਟ ਕਰਨ ਦੇ ਕੀ ਬੈਨੀਫਿਟ ਆ, ਉਹਨਾਂ ਨੇ ਇਹ ਗੱਲ ਮਾਈਂਡ ਵਿੱਚ ਨਹੀਂ ਰੱਖਣੀ ਕਿ ਉਹਨਾਂ ਨੇ ਇਹ ਗੱਲ ਕਹੀ ਹੈਗੀ ਜਿਹੜੇ ਯੂਜ਼ਫੁਲ ਹੈਗੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂ ਜਿਹੜੇ ਯੂਜ਼ਫੁਲ ਨਹੀਂ ਹੈਗੇ ਉਹਨਾਂ ਨੂੰ ਨਹੀਂ ਕਰਨਾ। ਇਹ ਚੀਜ਼ ਮਾਈਂਡ 'ਚੋਂ ਕੱਢ ਦੇਣੀ ਆ, ਬਸ ਸਿੱਧਾ ਇਹ ਦੇਖਣਾ ਕਿ ਐਨੀਮਲਸ ਨੂੰ ਜਿਹੜਾ ਪ੍ਰੋਟੈਕਟ ਕਰਨ ਦੇ ਕੀ ਬੈਨੀਫਿਟ ਆ। ਉਹਨਾਂ ਨੇ ਲਿਖ ਦੇਣਾ ਹੈ ਨਾ ਕਿ ਐਨੀਮਲਸ ਆਪਾਂ ਨੂੰ ਕਾਫੀ ਤਰ੍ਹਾਂ ਦੇ ਜਿਹੜੇ ਵੈਲਿਊਏਬਲ ਸਬਸਟੈਂਸ ਦਿੰਦੇ ਹੈਗੇ ਆ ਨਾ, ਜੋ ਕੁਛ ਵੀ ਆਪਣੇ ਵੱਲੋਂ ਆਈਡੀਆਜ਼, ਬਟ ਇਹ ਤੁਹਾਡਾ ਟਾਸਕ ਰਿਸਪੌਂਸ ਵੀਕ ਕਰੂਗਾ। ਠੀਕ ਆ, ਹੁਣ ਧਿਆਨ ਨਾਲ ਟਾਸਕ ਰਿਸਪੌਂਸ ਸਮਝਣਾ। ਟਾਸਕ ਰਿਸਪੌਂਸ ਦਾ ਮਤਲਬ ਜੇ ਹੁਣ ਆਪਾਂ ਇਹ ਸਟੇਟਮੈਂਟ ਕਰਨੀ ਹੈਗੀ ਤਾਂ ਇਹਦਾ ਟਾਸਕ ਰਿਸਪੌਂਸ ਕਿੱਦਾਂ ਹੋਊਗਾ ਆਪਣੇ ਕੋਲੇ। ਹੁਣ ਦੇਖੋ ਇਹ ਤਾਂ ਹੁੰਦਾ ਜੇ ਹੁਣ ਆਪਣੇ ਕੋਲੇ ਐਨੀਮਲਸ ਦਾ ਐਸੇ ਆ, ਤਾਂ ਇਹ ਤਾਂ ਪੱਕਾ ਸ਼ੋਰ ਹੈ ਨਾ ਕਿ ਹਰ ਇੱਕ ਸਟੂਡੈਂਟ ਜਿਹੜਾ ਐਗਜ਼ਾਮ ਦੇ ਵਿੱਚ ਜੇ ਉਹਨੂੰ ਇਹ ਸਟੇਟਮੈਂਟ ਆਉਂਦੀ ਹੈ ਤਾਂ ਉਹ ਐਨੀਮਲਸ 'ਤੇ ਹੀ ਲਿਖੂਗਾ। ਠੀਕ ਆ, ਇਹ ਤਾਂ ਹੈ ਨਹੀਂ ਗਾ ਹੁਣ ਕਿ ਐਨੀਮਲਸ 'ਤੇ ਹੈਗਾ ਗਾ ਐਸੇ ਹੈ ਨਾ, ਤਾਂ ਕੁਛ ਵੀ ਕਿਸੇ ਆਰਟ 'ਤੇ ਲਿਖੀ ਜਾਏਗਾ ਹੈ ਨਾ, ਜਾਂ ਕੋਈ ਹੋਰ ਚੀਜ਼ 'ਤੇ ਲਿਖੇਗਾ। ਠੀਕ ਆ, ਜਾਂ ਪਲਾਂਟਸ 'ਤੇ ਲਿਖੇਗਾ, ਇਹ ਤਾਂ ਨਹੀਂ ਹੈਗਾ ਨਾ ਆਪਾਂ ਲਿਖਦੇ। ਫਿਰ ਵੀ ਟਾਸਕ ਰਿਸਪੌਂਸ ਕਿਉਂ ਵੀਕ ਹੋ ਜਾਂਦਾ ਹੈ ਨਾ, ਤਾਂ ਕਾਫੀ ਜਿਹੜਾ ਆਪਾਂ ਨੂੰ ਕਿਹਾ ਜਾਂਦਾ ਹੈਗਾ ਵੀ ਜਿਹੜੀ ਚੀਜ਼ 'ਤੇ ਐਸੇ ਹੈਗਾ ਉਹ 'ਤੇ ਕਰਨਾ, ਤੇ ਹਰ ਇੱਕ ਸਟੂਡੈਂਟ ਉਸੇ 'ਤੇ ਹੀ ਕਰਦਾ। ਫਿਰ ਟਾਸਕ ਰਿਸਪੌਂਸ ਕਿੱਦਾਂ ਵੀਕ ਹੋ ਜਾਂਦਾ, ਉਹ ਇਸੇ ਤਰੀਕੇ ਨਾਲ ਵੀਕ ਹੋ ਜਾਂਦਾ ਜਦੋਂ ਤੁਸੀਂ ਲਾਈਨ ਨਹੀਂ ਚੰਗੀ ਤਰ੍ਹਾਂ ਉਹਦਾ ਮੀਨਿੰਗ ਨਹੀਂ ਸਮਝਦੇਗੇ। ਠੀਕ ਆ, ਮਤਲਬ ਹੁਣ ਇਹਦੇ ਵਿੱਚ ਇੱਦਾਂ ਦੇ ਆਈਡੀਆਜ਼ ਤੁਸੀਂ ਮੈਂਸ਼ਨ ਕਰਨੇ ਆ ਕਿ ਤੁਸੀਂ ਉਹਨਾਂ ਐਨੀਮਲਸ ਦੀ, ਜੇ ਤੁਸੀਂ ਹੁਣ ਮੰਨ ਲਓ ਡਿਸਐਗਰੀ ਐਸੇ ਦੇ ਨਾਲ ਉਹਦੇ ਵੇ ਨਾਲ ਦੱਸਦੀ ਪਈ ਹਾਂ, ਫਿਰ ਤੁਸੀਂ ਇੱਦਾਂ ਦਾ ਜਾਣੀ ਕਿ ਆਈਡੀਆ ਦੱਸਣਾ ਹੈਗਾ ਜਿਹੜਾ ਤੁਸੀਂ ਮਤਲਬ ਕਿ ਭੇਦਭਾਵ ਨਾ ਹੋਵੇ, ਕੋਈ ਮਤਲਬ ਯੂਜ਼ਫੁਲ ਹੈ ਚਾਹੇ ਨਹੀਂ ਹੈਗਾ ਗਾ, ਤੁਸੀਂ ਉਹ ਦੱਸਣਾ ਕਿ ਕਿਉਂ ਸਾਰੇ ਪ੍ਰੋਟੈਕਟ ਕਰਨੇ ਚਾਹੀਦੇ। ਠੀਕ ਆ, ਇੱਦਾਂ ਦੇ ਆਈਡੀਆਜ਼ ਜਿਹੜੇ ਵਿੱਚ ਐਡ ਕਰਨੇ ਆਪਾਂ, ਫਿਰ ਆਪਣਾ ਟਾਸਕ ਰਿਸਪੌਂਸ ਜਿਹੜਾ 100% ਆਏਗਾ। ਅਤੇ ਚਲੋ ਆਪਾਂ ਸਟਾਰਟ ਕਰਦੇ ਹਾਂ। ਫਸਟ ਆਫ ਆਲ ਕੀ ਕਰਦੇ ਹੁੰਦੇ ਆਪਾਂ, ਰੀਫਰੇਜ਼ ਪਲੱਸ ਥੀਸਿਸ ਲਾਈਨ। ਠੀਕ ਆ, ਤਾਂ ਰੀਫਰੇਜ਼ ਲਈ ਕੀ ਇੱਕ ਪੁਆਇੰਟ ਯਾਦ ਰੱਖਣਾ ਹੈਗਾ, ਸੈਂਟੈਂਸ ਟੂ ਸੈਂਟੈਂਸ। ਠੀਕ ਆ, ਜਿਹੜੇ ਵਰਡ ਟੂ ਵਰਡ ਕਰਦੇ ਆ ਸਟੂਡੈਂਟ ਉਹ ਵੀ ਠੀਕ ਆ, ਮੈਂ ਗਲਤ ਨਹੀਂ ਕਹਿੰਦੀ, ਬਟ ਉਹਦੇ ਵਿੱਚ ਕੀ ਹੈਗਾ ਤੁਹਾਡੀ ਜਿਹੜੀ ਰਾਈਟਿੰਗ ਆ 5.5 ਔਰ 6 ਤੱਕ ਹੀ ਸਟਕ ਕਰਦੀ ਹੈ। ਠੀਕ ਹੈ, ਜੇ ਤੁਸੀਂ ਸੈਂਟੈਂਸ ਟੂ ਸੈਂਟੈਂਸ ਕਰੋਗੇ, ਲਾਈਕ ਤੁਸੀਂ ਇੰਟਰੋ ਬਣਾਈ, ਕੰਪਲੈਕਸ ਐਡ ਕਰਤਾ ਔਰ ਪੈਸਿਵ ਐਡ ਕਰ ਦਿੱਤਾ, ਅਤੇ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਤੁਹਾਡੀ ਰਿਕੁਆਇਰਮੈਂਟ ਨਾ ਕੰਪਲੀਟ ਹੋਵੇ ਜਾਂ ਫਿਰ ਤੁਹਾਡੇ 6.5 ਤੋਂ ਜਿਹੜੇ ਨੀਚੇ ਸਕੋਰ ਰਹਿ ਜਾਣ। ਠੀਕ ਆ, ਤਾਂ ਜਦੋਂ ਤੁਸੀਂ ਸੈਂਟੈਂਸ ਟੂ ਸੈਂਟੈਂਸ ਕਰੋਗੇ ਤਾਂ 7+ ਤੱਕ ਜਿਹੜੀ ਰਾਈਟਿੰਗ ਈਜ਼ਲੀ ਜਾਂਦੀ ਆਪਣੀ। ਹੁਣ ਆਪਾਂ ਕੀ ਕਰਨਾ ਹੈਗਾ, ਫਸਟ ਆਫ ਆਲ ਕੀ ਆ, ਜਿਹੜੇ ਤਾਂ ਆਪਾਂ ਸੈਂਟੈਂਸ ਟੂ ਸੈਂਟੈਂਸ ਕਰਦੇ ਹੁੰਦੇ ਉਹਦਾ ਇੱਕ ਆਪਾਂ ਨੂੰ ਇਹ ਵੀ ਬੈਨੀਫਿਟ ਹੋ ਜਾਂਦਾ ਕਿ ਹਰ ਇੱਕ ਵਰਡ ਦਾ ਆਪਾਂ ਨੂੰ ਜਿਹੜਾ ਸਿਨੋਨਿਮ ਨਹੀਂ ਲਿਖਣਾ ਪੈਂਦਾ ਹੈਗਾ। ਠੀਕ ਆ, ਕਿਉਂਕਿ ਕਾਫੀ ਬੱਚਿਆਂ ਨੂੰ ਸਿਨੋਨਿਮ 'ਚ ਪ੍ਰੋਬਲਮ ਆਉਂਦੀ ਹੈ। ਇੱਕ ਤਾਂ ਤੁਸੀਂ ਵਰਡ ਟੂ ਵਰਡ ਕਰ ਰਹੇ ਹੈਗੇ, ਕੋਈ ਸੈਂਟੈਂਸ ਵੇਰੀਏਸ਼ਨ ਨਹੀਂ ਐਡ ਕਰ ਰਹੇ, ਇੱਕ ਤੋਂ ਤੁਹਾਨੂੰ ਹਰ ਇੱਕ ਵਰਡ ਦਾ ਜਿਹੜਾ ਮੀਨਿੰਗ ਮਤਲਬ ਸਿਨੋਨਿਮ ਨਹੀਂ ਪਤਾ ਹੈਗਾ। ਠੀਕ ਆ, ਜਦੋਂ ਤੁਸੀਂ ਉਹ ਨਹੀਂ ਐਡ ਕਰਦੇ ਤਾਂ ਫਿਰ ਉਹ ਕਿੱਦਾਂ ਪੋਸੀਬਲ ਹੈਗਾ ਗਾ ਕਿ ਹੈ ਨਾ ਤੁਹਾਡੇ ਸਕੋਰ ਵਧੀਆ ਆਉਣ। ਇਸ ਲਈ ਕੀ ਹੈਗਾ, ਜੇ ਤੁਸੀਂ ਸੈਂਟੈਂਸ ਟੂ ਸੈਂਟੈਂਸ ਜਿਹੜੀ ਕਰਦੇ ਹੈਗੇ ਆ ਰੀਫਰੇਜ਼, ਤਾਂ ਤੁਸੀਂ ਕੀ ਕਰਨਾ, ਜੇ ਤੁਹਾਨੂੰ ਕਿਸੇ ਵਰਡ ਦਾ ਨਹੀਂ ਵੀ ਆਉਂਦਾ ਤੁਸੀਂ ਸਕਿਪ ਕਰ ਸਕਦੇ ਹੈਗੇ ਆ। ਠੀਕ ਆ, ਹੁਣ ਤੁਹਾਨੂੰ ਇਹ 'ਤੇ ਸ਼ੋ ਕਰਦੀ ਹੈਗੀ ਆ, ਦੇਖੋ ਆਪਣੇ ਕੋਲ ਕੀ ਆ, ਪਹਿਲਾਂ ਐਨੀਮਲਸ ਆਰ ਇਨ ਡੇਂਜਰ ਆਫ
ਐਕਸਟਿੰਕਸ਼ਨ, ਠੀਕ ਆ, ਕਿ ਜਿਹੜੇ ਐਨੀਮਲ ਹੈਗੇ ਆ ਉਹ ਕੀ ਆ ਡੇਂਜਰ ਦੇ ਮਤਲਬ ਖਤਰੇ ਦੀ ਕੰਗਾਰ 'ਤੇ ਹੈਗੇ ਆ, ਠੀਕ ਆ। ਹੁਣ ਆਪਾਂ ਕੀ ਲਿਖਿਆ ਮੈਨੀ ਸਪੀਸੀਜ਼, ਠੀਕ ਆ। ਅਤੇ ਜਿਹੜੇ ਮੈਨੀ ਸਪੀਸੀਜ਼ ਆਪਾਂ ਦੱਸਦਾ ਐਨੀਮਲਸ ਲਈ, ਪ੍ਰਜਾਤੀਆਂ ਲਈ ਸਪੀਸੀਜ਼ ਵਰਡ ਜਿਹੜਾ ਯੂਜ਼ ਕੀਤਾ ਜਾਂਦਾ, ਠੀਕ ਆ। ਆਰ ਔਨ ਦ ਵਰਜ ਆਫ ਐਕਸਟਿੰਕਸ਼ਨ, ਠੀਕ ਆ। ਤਾਂ ਵਰਜ ਆਫ ਐਕਸਟਿੰਕਸ਼ਨ ਖਤਰੇ ਦੀ ਕੰਗਾਰ 'ਤੇ ਹੈ, ਸੇਮ ਲਾਈਨ ਲਿਖਤੀ, ਠੀਕ ਹੈ। ਉਸ ਤੋਂ ਬਾਅਦ ਕੀ ਆ, ਜਿਹੜਾ ਆਪਾਂ ਨੂੰ ਪਤਾ ਸੀਗਾ ਵਰਡ ਉਹ ਆਪਾਂ ਚੇਂਜ ਕਰ ਦਿੱਤਾ। ਲਾਈਕ ਹੁਣ ਆਪਾਂ ਜਿੱਥੇ ਐਨੀਮਲ ਸੀਗਾ ਉੱਥੇ ਮੈਨੀ ਸਪੀਸੀਜ਼ ਕਰ ਦਿੱਤਾ, ਜਿੱਥੇ ਡੇਂਜਰ ਸੀਗਾ ਉੱਥੇ ਵਰਜ ਕਰ ਦਿੱਤਾ, ਠੀਕ ਆ। ਇਸ ਤਰੀਕੇ ਨਾਲ ਤੁਸੀਂ ਜਿਹੜੇ ਵਰਡ ਚੇਂਜ ਕਰਦੇ ਹੁੰਦੇ ਆ। ਉਸ ਤੋਂ ਬਾਅਦ ਕੀ ਆ, ਤੁਸੀਂ ਇੱਕ ਕਨੈਕਟਰ ਯੂਜ਼ ਕੀਤਾ। ਕਨੈਕਟਰ ਕੀ ਆ, ਹਾਊਐਵਰ ਜਦੋਂ ਤੁਸੀਂ ਦੋ ਕੰਟੈਕਟ ਗੱਲਾਂ ਕਰਦੇ ਹੁੰਦੇ ਆ ਉਦੋਂ ਆਪਣਾ ਜਿਹੜਾ ਕਨੈਕਟਰ ਹਾਊਐਵਰ, ਵਾਈਲ, ਵੇਅਰ ਐਜ਼ ਇੱਦਾਂ ਦੇ ਕਨੈਕਟਰ ਯੂਜ਼ ਹੁੰਦੇ ਆ, ਠੀਕ ਆ। ਹੁਣ ਇੱਕ ਪਾਸੇ ਤੁਸੀਂ ਕਹਿ ਦਿੱਤਾ ਕਿ ਜਿਹੜੇ ਕਾਫੀ ਖਤਰੇ ਦੀ ਕੰਗਾਰ 'ਤੇ ਹੈਗੇ ਆ ਜਿਹੜੇ ਮਤਲਬ ਐਨੀਮਲਸ, ਫਿਰ ਵੀ ਲੋਕ ਕੀ ਕਹਿ ਰਹੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਪ੍ਰੋਟੈਕਟ ਕਰਨਾ ਚਾਹੀਦਾ ਜਿਹੜੇ ਯੂਜ਼ਫੁਲ ਹੈਗੇ, ਠੀਕ ਆ। ਹੁਣ ਇਹ ਚੀਜ਼ ਦੇਖ ਰਹੇ ਹਾਂ। ਉਹ ਤੋਂ ਬਾਅਦ ਕੀ ਆ, ਆਪਾਂ ਕਨੈਕਟਰ ਯੂਜ਼ ਕੀਤਾ ਹਾਊਐਵਰ, ਆਪਾਂ ਲਿਖਿਆ ਇਟ ਇਜ਼ ਕੰਸੀਡਰਡ ਬਾਏ ਸਮ ਇੰਡੀਵਿਜੂਅਲ, ਠੀਕ ਆ। ਇਹ ਕੀ ਆ, ਕੁਛ ਲੋਕਾਂ ਦੇ ਦੁਆਰਾ ਜਿਹੜਾ ਕੰਸੀਡਰ ਕੀਤਾ ਜਾਂਦਾ ਦੈਟ ਹਿਊਮਨਸ ਸ਼ੁੱਡ ਓਨਲੀ ਪ੍ਰੋਟੈਕਟ ਐਨੀਮਲਸ, ਕਿ ਹਿਊਮਨ ਨੂੰ ਜਿਹੜੇ ਸਿਰਫ ਉਹੀ ਚਾਹੀਦਾ ਹੈਗਾ ਉਹ ਐਨੀਮਲ ਨੂੰ ਪ੍ਰੋਟੈਕਟ ਕਰਨਾ ਵਿਚ ਆਰ ਯੂਜ਼ਫੁਲ ਫॉर ਦੈਮ। ਇਹੀ ਆਪਾਂ ਨੂੰ ਕਿਹਾ ਸੀ ਨਾ ਕਿ ਜਿਹੜੇ ਯੂਜ਼ਫੁਲ ਹੈਗੇ ਉਹ ਪ੍ਰੋਟੈਕਟ ਕਰਨੇ ਚਾਹੀਦੇ ਆ। ਦੇਖੋ ਤੁਸੀਂ ਮਤਲਬ ਕਿ ਆਪਣੀ ਜਿਹੜੀ ਰੀਫਰੇਜ਼ ਕੀਤੀ ਉਹ ਪੜ੍ਹ ਕੇ ਦੇਖ ਲਓ ਐਂਡ ਸਟੇਟਮੈਂਟ ਪੜ੍ਹ ਕੇ ਦੇਖ ਲਓ, ਸੇਮ ਮੀਨਿੰਗ ਆ ਰਿਹਾ ਨਾ। ਤਾਂ ਆਪਣਾ ਕੀ ਹੈਗਾ, ਆਪਾਂ ਇਹ 'ਚ ਪੈਸਿਵ ਵੀ ਐਡ ਕਰਤਾ। ਦੇਖੋ ਕਨੈਕਟਰ ਵੀ ਐਡ ਕਰ ਦਿੱਤਾ, ਪੈਸਿਵ ਵੀ ਐਡ ਕਰ ਦਿੱਤਾ। ਇਟ ਇਜ਼ ਕੰਸੀਡਰਡ ਬਾਏ ਸਮ ਇੰਡੀਵਿਜੂਅਲ, ਠੀਕ ਆ, ਕਿ ਇਹ ਜਿਹੜਾ ਕੰਸੀਡਰ ਕੀਤਾ ਇਹ ਪੈਸਿਵ ਫਾਰਮ ਦੇ ਵਿੱਚ ਆਪਾਂ ਸੈਂਟੈਂਸ ਬਣਾ ਦਿੱਤਾ। ਹੁਣ ਆਪਾਂ ਕੀ ਕਰ ਰਹੇ ਹੈਗੇ, ਇੱਕ ਕੁਐਸਚਨ ਫਾਰਮ ਵੀ ਪਾ ਦਿੰਦੇ ਹੈਗੇ, ਠੀਕ ਆ। ਜੇ ਤੁਸੀਂ ਕੰਪਲੈਕਸ ਪਾ ਸਕਦੇ ਇੰਟਰੋ 'ਚ ਤਾਂ ਕੰਪਲੈਕਸ ਪਾ ਦਿਓ, ਜੇ ਕੰਪਲੈਕਸ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਕੋਈ ਹੋਰ ਟਾਈਪ ਲਾਈਕ ਵੇਰੀਏਸ਼ਨ ਐਡ ਕਰਨੀਆਂ ਜ਼ਰੂਰੀ ਨਹੀਂ ਹੈਗਾ ਤੁਸੀਂ ਕਿੱਦਾਂ ਦੀ ਵੇਰੀਏਸ਼ਨ ਐਡ ਕਰਦੇ ਆ, ਬਟ ਕਰਨੀ ਹੈਗੀ ਆ, ਠੀਕ ਆ। ਹੁਣ ਪੈਸਿਵ ਜਿਹੜਾ ਤੁਸੀਂ ਐਡ ਕਰ ਦਿੱਤਾ। ਹੁਣ ਆਪਾਂ ਥੀਸਿਸ ਲਾਈਨ ਕੀ ਹੈਗੀ ਆ, ਆਪਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਕੰਪਲੈਕਸ ਨਹੀਂ ਐਡ ਕੀਤਾ। ਹੁਣ ਆਪਾਂ ਥੀਸਿਸ ਲਾਈਨ ਦੇ ਵਿੱਚ ਕੁਐਸਚਨ ਫਾਰਮ ਐਡ ਕਰ ਦਿੰਦੇ ਹੈਗੇ ਆ, ਠੀਕ ਆ। ਜਾਂ ਤੁਸੀਂ ਥੀਸਿਸ ਲਾਈਨ ਕੰਪਲੈਕਸ ਦੇ ਵਿੱਚ ਬਣਾ ਦਿਓ। ਹੁਣ ਆਪਣੇ ਕੋਲ ਕੀ ਹੈਗਾ, ਆਈ ਗਿਵ ਰੀਜ਼ਨਸ, ਠੀਕ ਆ। ਮੈਂ ਰੀਜ਼ਨ ਦਊਂਗਾ ਵਾਈ ਆਈ ਕੰਪਲੀਟਲੀ ਡਿਸਐਗਰੀ ਵਿਦ ਦਿਸ ਸੈਡ ਨੋਸ਼ਨ, ਠੀਕ ਆ। ਮੈਂ ਸੈਡ ਨੋਸ਼ਨ ਨਾਲ ਕੰਪਲੀਟਲੀ ਡਿਸਐਗਰੀ ਕਿਉਂ ਆ, ਮੈਂ ਉਹਦੇ ਰੀਜ਼ਨਸ ਦਊਂਗਾ। ਜਿਹੜਾ ਤੁਸੀਂ ਕੰਪਲੀਟਲੀ ਵਰਡ ਲਿਖਿਆ ਇਹ ਤੁਹਾਡੀ ਐਕਸਟੈਂਡ ਦੱਸ ਰਿਹਾ, ਠੀਕ ਆ। ਉਹਨਾਂ ਨੇ ਪੁੱਛਿਆ ਨਾ ਟੂ ਵਟ ਐਕਸਟੈਂਡ, ਠੀਕ ਹੈ। ਸਕਿਪ ਨਹੀਂ ਕਰਨਾਗਾ, ਤੁਸੀਂ ਦੱਸਣਾ ਤੁਸੀਂ ਪਾਰਸ਼ਲੀ ਹੋ, ਤੁਸੀਂ ਅਪ ਟੂ ਲਾਰਜ ਐਕਸਟੈਂਡ ਹੋ ਔਰ ਤੁਸੀਂ ਕੰਪਲੀਟਲੀ ਹੋ, ਠੀਕ ਆ। ਉਹ ਜਿਹੜਾ ਤੁਸੀਂ ਦੱਸਣਾ ਜ਼ਰੂਰੀ ਹੈਗਾ। ਤਾਂ ਆਪਾਂ ਦੱਸਦਾ ਆਈ ਕੰਪਲੀਟਲੀ ਡਿਸਐਗਰੀ, ਮੈਂ ਕੰਪਲੀਟਲੀ ਡਿਸਐਗਰੀ, ਜੇ ਲਾਈਕ ਤੁਸੀਂ ਦੋਨੋਂ ਪੁਆਇੰਟ ਜਿਹੜੇ ਡਿਸਐਗਰੀ ਕਨਕਲੂਜਨ ਡਿਸਐਗਰੀ ਵਿੱਚ ਹੀ ਬਣਾਉਂਗੇ ਕਿ ਤੁਹਾਨੂੰ ਲੱਗਦਾ ਹੈਗਾ ਸਾਰੇ ਐਨੀਮਲਸ ਜ਼ਰੂਰੀ ਹੈਗੇ ਆ, ਠੀਕ ਆ, ਪ੍ਰੋਟੈਕਟ ਕਰਨਾ। ਕੋਈ ਜ਼ਿਆਦਾ ਮਤਲਬ ਕਿ ਇਹ ਨਹੀਂ ਹੈਗਾ ਜਿਹੜੇ ਯੂਜ਼ਫੁਲ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ, ਠੀਕ ਆ। ਹੁਣ ਆਪਾਂ ਰੀਜ਼ਨ ਦੇਣੇ ਆ ਕਿਉਂ। ਰੀਫਰੇਜ਼ ਐਂਡ ਥੀਸਿਸ ਲਾਈਨ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਹੁਣ ਆਪਾਂ ਚੱਲਦੇ ਹੈਗੇ ਆ BP1 ਦੇ ਲਈ, ਠੀਕ ਹੈ। ਤਾਂ ਆਪਣੇ ਕੋਲ ਕੀ ਆ, ਫਸਟ ਜਿਹੜਾ BP ਸਟਾਰਟ ਹੁੰਦਾ ਟੂ ਬਿਗਨ ਵਿਦ, ਠੀਕ ਆ। ਜਦੋਂ ਤੁਸੀਂ ਬਿਗਨ ਵਿਦ ਜਾਂ ਟੂ ਇੰਬਾਰਕ ਔਨ BP1 ਦੇ ਲਈ ਲਾ ਸਕਦੇ ਆ ਕਨੈਕਟਰ ਹੈਗਾ, ਠੀਕ ਆ। ਕਨੈਕਟਰ ਕੀ ਕਰਦੇ ਹੈਗੇ ਆ, ਕਨੈਕਟੀਵਿਟੀ ਲੈ ਕੇ ਆਉਂਦੇ ਆ ਐਸੇ ਦੇ ਵਿੱਚ, ਠੀਕ ਆ। ਤਾਂ ਇਹ ਤੁਸੀਂ ਜ਼ਰੂਰ ਇੱਕ ਹੈਬਿਟ ਬਣਾ ਲਓ ਕਿ ਆਪਣਾ ਤੁਸੀਂ ਟਾਸਕ 1 ਔਰ ਟਾਸਕ 2 ਦੇ ਵਿੱਚ ਜਿਹੜੇ ਕਨੈਕਟਰ ਯੂਜ਼ ਕਰਨੇ ਆ, ਠੀਕ ਆ। ਤਾਂ BP1 ਦੇ ਵਿੱਚ ਕੀ ਕਰਦੇ ਹੁੰਦੇ ਆਪਾਂ 5 ਪੁਆਇੰਟ ਜਿਹੜੇ ਕਵਰ ਕਰਨੇ ਹੁੰਦੇ ਉਹ ਕਿਹੜੇ ਹੁੰਦੇ ਆ, ਬੇਸਿਕ ਲਾਈਨ, ਠੀਕ ਆ, ਟਾਸਕ ਸਟੇਟਮੈਂਟ, ਐਲੈਬੋਰੇਸ਼ਨ ਐਂਡ ਐਗਜ਼ਾਮਪਲ ਐਂਡ ਰਿਜ਼ਲਟ, ਠੀਕ ਆ। ਤਾਂ ਇਹ ਜਿਹੜੇ 5 ਪੁਆਇੰਟਸ ਆਪਾਂ ਕੀ ਕਰਨੇ ਹੁੰਦੇ ਆ, ਕਵਰ ਕਰਨੇ ਹੁੰਦੇ BP1 ਔਰ 5 ਹੀ ਆਪਾਂ BP2 ਦੇ ਵਿੱਚ ਕਰਨੇ ਹੁੰਦੇ ਆ। ਤਾਂ ਦੋਨੋਂ ਦੇ ਲਈ ਆਪਣਾ ਵੱਖਰੀ ਜਿਹੜੀ ਸਟੇਟਮੈਂਟ, ਵੱਖਰੀ ਐਲੈਬੋਰੇਸ਼ਨ, ਵੱਖਰੀ ਐਗਜ਼ਾਮਪਲ, ਵੱਖਰਾ ਰਿਜ਼ਲਟ ਹੋ ਗਿਆ। ਉਸੇ ਤਰੀਕੇ ਨਾਲ ਕਨੈਕਟਰ ਵੀ ਵੱਖਰੇ ਹੋਣੇ ਚਾਹੀਦੇ। ਇਹ ਨਹੀਂ ਹੈਗਾ ਜਦੋਂ ਤੁਸੀਂ 5 ਪੁਆਇੰਟ ਕਵਰ ਕਰੋਗੇ ਹਰ ਇੱਕ ਲਈ ਤੁਹਾਨੂੰ ਕਨੈਕਟਰ ਚਾਹੀਦਾ ਜਦੋਂ ਵੀ ਤੁਸੀਂ ਪੁਆਇੰਟ ਸਟਾਰਟ ਕਰੋਗੇ, ਠੀਕ ਆ। ਤਾਂ ਉਸੇ ਤਰੀਕੇ ਨਾਲ ਤੁਹਾਨੂੰ BP2 ਲਈ ਵੀ ਚਾਹੀਦੇ ਆ, ਪਰ ਇਹ ਨਹੀਂ ਜੋ BP1 ਦੇ ਲਈ ਯੂਜ਼ ਕਰ ਲਿਓ BP2 'ਚ ਕਰਨੇ ਆ, ਠੀਕ ਆ। ਤਾਂ ਇਹਨਾਂ ਨੂੰ ਅਵੋਇਡ ਕਰਨਾ, ਜੋ BP1 'ਚ ਹੋਊਗੀ ਸਮਝ ਲਓ ਉਹਨੂੰ ਛੱਡ ਦਿਓ, BP2 'ਚ ਨਵੇਂ ਕਰਨੇ ਆ, ਠੀਕ ਆ। To begin with, there are several reasons, ठीक है, there are several reasons, ये basic line है why people should protect all kinds of animals, ठीक है। आप बेसिक लाइन दी कि ये पिछले काफ़ी रीजन आ वाई, ठीक है। वाई मतलब जी क्वेश्चन फॉर्म आ गई, पीपल शुड प्रोटैक्ट ऑल काइंड्स ऑफ एनीमल, क्यों जो लोगों को चाहिए हैगा कि सारे जोड़े तरह के जोड़े एनीमल्स को प्रोटैक्ट किया जाए, ठीक है। तो आप लिखा फर्स्ट एंड फॉरमोस्ट, ठीक है, इज एवरी स्पीसीज कंट्रीब्यूट सिग्निफिकेंटली टू इकोलॉजिक सिस्टम, ठीक है। तो आप जी बेसिक लाइन च दसता कि काफ़ी रीजन आ। उस तो बाद आप फर्स्ट एंड फॉरमोस्ट जो कनैक्टर यूज़ किया आप दसिया कि क्यों, क्योंकि वो कंट्रीब्यूट करते, हर एक एनीमल की कंट्रीब्यूट करता मतलब अपनी जी इकोलॉजी नूं जिहड़ा मेनटेन करनी, ठीक है। तो अपना की हो गया सिग्निफिकेंटली टू इकोलॉजिकल सिस्टम, ठीक है। आप ये पॉइंट देता। उस तो बाद की अपना हैगा टू एक्सप्लेन, ਹੁਣ ਆਪਾਂ ਇਹਨੂੰ ਐਕਸਪਲੇਨ ਕਰਾਂਗੇ ਕਿ ਕਿੱਦਾਂ ਇਹ ਮੇਨਟੇਨ ਕਰਦਾ ਆਪਣੇ ਸਿਸਟਮ ਨੂੰ, ਠੀਕ ਆ। ਟੂ ਐਕਸਪਲੇਨ ਇਟ,
ਇਫ ਦੇ ਆਰ ਨੋਟ ਪ੍ਰੋਟੈਕਟਡ, ਠੀਕ ਆ, ਮਤਲਬ ਜੇ ਉਹ ਪ੍ਰੋਟੈਕਟ ਨਹੀਂ ਕੀਤੇ ਜਾਣਗੇ, ਲਾਈਕ ਜੇ ਕੁਛ ਐਨੀਮਲਸ ਨੂੰ ਆਪਾਂ ਪ੍ਰੋਟੈਕਟ ਕਰ ਰਹੇ ਹਾਂ, ਕੁਛ ਨੂੰ ਨਹੀਂ ਕਰ ਰਹੇ, ਤਾਂ ਜਿਹੜਾ ਬੈਲੈਂਸ ਆਫ ਫੂਡ ਚੇਨ, ਜਿਹੜਾ ਫੂਡ ਚੇਨ ਦਾ ਬੈਲੈਂਸ ਲਾਈਕ ਹੁੰਦਾ ਨਾ, ਕੋਈ ਇੱਕ ਐਨੀਮਲ ਦੂਸਰੇ ਐਨੀਮਲ ਨੂੰ ਖਾਂਦਾ, ਦੂਸਰਾ ਤੀਸਰੇ ਨੂੰ ਖਾਂਦਾ ਨਾ, ਉਹ ਵਾਲੀ ਜਿਹੜੀ ਫੂਡ ਚੇਨ ਹੁੰਦੀ ਹੈ, ਠੀਕ ਆ, ਸਾਇੰਸ ਸਟੂਡੈਂਟਸ ਨੂੰ ਪਤਾ ਹੋਏਗਾ। ਤਾਂ ਆਪਣੇ ਕੋਲ ਕੀ ਆ, ਉਹ ਜੇ ਆਪਾਂ ਕਹਿੰਦੇ ਵੀ ਪ੍ਰੋਟੈਕਟ ਨਹੀਂ ਕੀਤੇ ਜਾਂਦੇ ਤਾਂ ਫਿਰ ਕੀ ਹੋਊਗਾ, ਜਿਹੜੀ ਫੂਡ ਚੇਨ ਆ ਉਹ ਵੁੱਡ ਬੀ ਡਿਸਟਰੋਇਡ, ਤਾਂ ਉਹ ਮਤਲਬ ਡਿਸਟਰੋਏ ਹੋ ਜਾਏਗੀ, ਠੀਕ ਆ, ਜਿਹੜੀ ਫੂਡ ਚੇਨ ਆ। ਹੁਣ ਆਪਾਂ ਐਕਸਪਲੇਨ ਕਰਦੇ ਤਾਂ ਇੱਥੋਂ ਤੱਕ ਕਿ ਜਿਹੜੀ ਫੂਡ ਚੇਨ 'ਤੇ ਜਿਹੜਾ ਇਹਦਾ ਇਫੈਕਟ ਪਊਗਾ ਜੇ ਆਪਾਂ ਕੁਛ ਕੁ ਜਿਹੜੇ ਆਪਾਂ ਕਰਾਂਗੇ ਪ੍ਰੋਟੈਕਟ, ਠੀਕ ਹੈ। ਰੀਜ਼ਨ ਹੀ ਦੇਣਾ ਸੀ ਨਾ ਕਿਉਂ ਸਾਰੇ ਪ੍ਰੋਟੈਕਟ ਕਰਨੀ ਚਾਹੀਦੀ ਆਪਾਂ ਦੱਸਦਾ, ਠੀਕ ਆ। ਹੁਣ ਆਪਾਂ ਐਗਜ਼ਾਮਪਲ ਦੇਣੀ ਆ, ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਦਿੱਤੀ ਆ, ਅਕੋਰਡਿੰਗ ਟੂ ਅ ਰਿਸਰਚ, ਠੀਕ ਹੈ, ਇੱਕ ਰਿਸਰਚ ਦੇ ਮਤਲਬ ਅਕੋਰਡਿੰਗ, ਠੀਕ ਆ, ਕੀ ਹੋਇਆ, ਐਵਰੀ ਸਪੀਸੀਜ਼ ਪਲੇ ਐਨ ਇੰਪੋਰਟੈਂਟ ਰੋਲ ਇਨ ਆਰਡਰ ਟੂ ਕੀਪ ਬੈਲੈਂਸ ਇਨ ਫੂਡ ਚੇਨ, ਠੀਕ ਹੈ। ਜਿਹੜੀ ਫੂਡ ਚੇਨ ਦੇ ਵਿੱਚ ਕੀ ਹੈਗਾ ਬੈਲੈਂਸ ਬਣਾਉਣ ਦੇ ਲਈ, ਕੀ ਬੈਲੈਂਸ, ਠੀਕ ਆ, ਬੈਲੈਂਸ ਬਣਾਉਣ ਦੇ ਲਈ ਕੀ ਹੁੰਦਾ ਹੈਗਾ ਕਿ ਜਿਹੜਾ ਹਰ ਇੱਕ ਐਨੀਮਲ ਆ ਉਹ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਇਨ ਆਰਡਰ ਟੂ, ਜਿਹੜਾ ਆਪਣੇ ਕੋਲ ਕੰਪਲੈਕਸ ਟਾਈਪ ਹੈਗੀ ਹੈ, ਠੀਕ ਹੈ, ਕੰਪਲੈਕਸ ਸੈਂਟੈਂਸ ਆ। ਤਾਂ ਆਪਣੇ ਕੋਲ ਕੀ ਹੈਗਾ, ਆਪਾਂ ਐਗਜ਼ਾਮਪਲ ਦੇ ਵਿੱਚ ਦੱਸਦਾ ਕਿ ਇੱਕ ਰਿਸਰਚ ਦੇ ਅਕੋਰਡਿੰਗ, ਦੇਖੋ ਤੁਸੀਂ ਜਦੋਂ ਐਗਜ਼ਾਮਪਲ ਐਡ ਕਰਦੇ ਹੋ ਉਹ ਆਪਣੀ ਐਗਜ਼ਾਮਪਲ ਪਰਸਨਲ ਨਹੀਂ ਹੋਣੀ ਚਾਹੀਦੀ, ਠੀਕ ਆ, ਵਰਲਡ ਵਾਈਡ ਹੋਣੀ ਚਾਹੀਦੀ ਹੈ। ਤੁਸੀਂ ਕੋਈ ਵੀ ਐਗਜ਼ਾਮਪਲ ਐਡ ਕਰ ਸਕਦੇ ਹੋ, ਕੋਈ ਸਰਵੇ ਐਡ ਕਰੋ, ਕੋਈ ਤੁਸੀਂ ਸਟੱਡੀ ਐਡ ਕਰੋ, ਹੁਣ ਰਿਸਰਚ ਐਡ ਕਰ ਦਿੱਤੀ ਆ, ਠੀਕ ਆ। ਜ਼ਰੂਰੀ ਨਹੀਂ ਹੁੰਦਾ ਤੁਸੀਂ ਹਮੇਸ਼ਾ ਪਾਸ ਦੇ ਵਿੱਚ ਜਾਣਾ, ਤੁਸੀਂ ਪ੍ਰੈਜ਼ੈਂਟ ਦੇ ਵਿੱਚ ਵੀ ਐਗਜ਼ਾਮਪਲ ਦੇ ਸਕਦੇ ਆ, ਐਂਡ ਜੇ ਕੋਈ ਮਤਲਬ ਫਿਊਚਰ ਪ੍ਰੈਡਿਕਸ਼ਨ ਦੇਣੀ ਹੈਗੀ ਆ ਤਾਂ ਤੁਸੀਂ ਫਿਊਚਰ ਦੇ ਵਿੱਚ ਵੀ ਐਡ ਕਰ ਸਕਦੇ ਆ, ਠੀਕ ਹੈ, ਐਗਜ਼ਾਮਪਲ। ਤਾਂ ਆਪਣੇ ਕੋਲ ਕੀ ਹੈਗਾ, ਜਦੋਂ ਆਪਾਂ ਐਗਜ਼ਾਮਪਲ ਦੇ ਵਿੱਚ ਦੱਸਦਾ, ਦੇਖੋ ਹੁਣ ਰਿਸਰਚ ਆ ਤਾਂ ਆਪਾਂ ਨੂੰ ਵੀ ਕਿਤੋਂ ਨਾ ਕਿਤੋਂ ਪਤਾ ਚੱਲਿਆ ਨਾ ਕਿ ਫੂਡ ਚੇਨ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹਰ ਇੱਕ ਐਨੀਮਲ ਜ਼ਰੂਰੀ ਹੈਗਾ, ਆਪਾਂ ਨੂੰ ਵੀ ਕਿਤੋਂ ਪਤਾ ਲੱਗਾ, ਕੋਈ ਨਾ ਕੋਈ ਰਿਸਰਚ ਹੋਈ ਹੋਊਗੀ ਫਿਰ ਹੀ ਲੋਕਾਂ ਤੱਕ ਇਹ ਗੱਲ ਪਹੁੰਚੀ ਨਾ, ਤਾਂ ਇਸ ਲਈ ਆਪਾਂ ਦੱਸ ਕਿ ਇੱਕ ਰਿਸਰਚ ਦੇ ਅਕੋਰਡਿੰਗ, ਠੀਕ ਆ। ਤਾਂ ਆਪਾਂ ਜਿਹੜਾ ਸਿੰਪਲੀ ਐਗਜ਼ਾਮਪਲ ਐਡ ਕਰ ਦਿੱਤੀ, ਉਸ ਤੋਂ ਬਾਅਦ ਕੀ ਆਪਣਾ ਰਿਜ਼ਲਟ ਆ ਗਿਆ, ਠੀਕ ਆ। ਜਿਹੜਾ 5th ਪੁਆਇੰਟ ਆਪਣਾ ਹੈਗਾ, ਐਜ਼ ਅ ਰਿਜ਼ਲਟ ਇਟ ਬਿਕਮ ਮੈਂਡੇਟਰੀ, ਠੀਕ ਆ, ਮੈਂਡੇਟਰੀ ਹੁੰਦਾ ਜ਼ਰੂਰੀ, ਇੰਪੋਰਟੈਂਟ, ਠੀਕ ਆ, ਇਹ ਮਤਲਬ ਜ਼ਰੂਰੀ ਬਣ ਜਾਂਦਾ ਟੂ ਸੇਵ ਆਲ ਕਾਈਂਡਸ ਆਫ ਐਨੀਮਲਸ ਨੂੰ ਸੇਵ ਕਰਨਾ। ਉਹ ਆਪਾਂ ਸਾਰਾ BP1 ਦੇ ਵਿੱਚ ਰੀਜ਼ਨ ਐਕਸਪਲੇਨ ਕਰ ਦਿੱਤਾ ਕਿਉਂ ਕਰਨਾ ਚਾਹੀਦਾ। ਹੁਣ ਆਪਾਂ BP2 ਵੱਲ ਜਾਂਦੇ ਹਾਂ, ਫਿਰ ਆਪਾਂ ਇੱਕ ਹੋਰ ਰੀਜ਼ਨ ਦੇਣਾ ਹੈ ਕਿ ਕਿਉਂ ਸਾਰੇ ਇੰਪੋਰਟੈਂਟ ਆ, ਠੀਕ ਹੈ। ਚਲੋ ਹੁਣ ਆਪਾਂ ਜਦੋਂ ਸੇਮ ਗੱਲ BP1 'ਚ ਕੀਤੀ ਹੋਵੇ ਉਸੇ ਨੂੰ ਆਪਾਂ ਅੱਗੇ ਵਧਾਉਣਾ ਹੋਵੇ, ਲਾਈਕ ਇੱਕ ਪੁਆਇੰਟ ਦਿੱਤਾ, ਹੁਣ ਆਪਾਂ ਉਹਦੇ ਉਲਟ ਨਹੀਂ ਨਾ ਜਾ ਰਹੇ, ਉਹੀ ਗੱਲ ਜਿਹੜੀ ਆਪਾਂ BP2 'ਚ ਕਰਨੀ ਹੈਗੀ, ਲਾਈਕ ਰੀਜ਼ਨ ਹੀ ਪਹਿਲਾਂ ਦਿੱਤਾ ਵਾ ਸਾਰਿਆਂ ਨੂੰ ਪ੍ਰੋਟੈਕਟ ਕਰਨ ਦਾ, ਹੁਣ ਰੀਜ਼ਨ ਹੀ ਫਿਰ ਸਭ ਨੂੰ ਪ੍ਰੋਟੈਕਟ ਕਰਨ ਦਾ ਦੇਣਾ। ਤਾਂ ਫਰਦਰ ਮੋਰ ਓਵਰ ਇੱਦਾਂ ਦੇ ਕਨੈਕਟ ਤੁਸੀਂ ਲਗਾ ਸਕਦੇ ਆ। ਜੇ ਆਪਣਾ ਟਰੈਂਡ ਚੇਂਜ ਹੋ ਜੇ ਫਿਰ ਆਪਾਂ ਕੀ ਕਰਦੇ ਹੁੰਦੇ ਹਾਂ, ਹਾਊ ਐਵਰ, ਵਾਈਲ, ਵੇਅਰ ਐਜ਼, ਠੀਕ ਹੈ, ਇਸ ਤਰੀਕੇ ਨਾਲ। ਆਪਾਂ ਕੀ ਲਿਖਿਆ, ਫਰਦਰ ਮੋਰ, ਕੌਮਾ, ਕਨੈਕਟਰ ਯੂਜ਼ ਕੀਤਾ, ਠੀਕ ਹੈ। ਉਸ ਤੋਂ ਬਾਅਦ ਕੀ ਲਿਖਿਆ, ਬੇਸਿਕ ਲਾਈਨ ਦੇਣੀ ਹੈਗੀ ਨਾ, ਸ਼ਿਫਟਿੰਗ ਟੂਵਰਡਸ ਦ ਅਨਦਰ ਇੰਪੋਰਟੈਂਟ ਰੀਜ਼ਨ, ਠੀਕ ਆ, ਉਸ ਰੀਜ਼ਨ ਦੀ ਵੱਲ ਸ਼ਿਫਟ ਕਰਨ ਜਾ ਰਹੇ ਹਾਂ, ਜਿਹੜਾ ਅਨਦਰ ਇੱਕ ਹੋਰ ਇੰਪੋਰਟੈਂਟ ਰੀਜ਼ਨ ਆ ਫॉर ਸੇਵਿੰਗ ਆਲ ਐਨੀਮਲਸ, ਠੀਕ ਆ, ਸਾਰੇ ਐਨੀਮਲਸ ਸੇਵ ਕਰਨ ਦਾ। ਤਾਂ ਉਹ ਕੀ ਹੈਗਾ, ਟਾਸਕ ਸਟੇਟਮੈਂਟ ਦੇਣੀ ਆ। ਹੁਣ ਟਾਸਕ ਸਟੇਟਮੈਂਟ ਕੀ ਆ, ਇਜ਼ ਦੈਟ ਵਾਈਲਡ ਲਾਈਫ ਹੈਲਪਸ ਟੂ ਇੰਪਰੂਵ ਨੇਸ਼ਨਸ ਇਕੋਨਮੀ, ਠੀਕ ਆ। ਤਾਂ ਜਿਹੜੀ ਨੇਸ਼ਨ ਦੀ ਇਕੋਨਮੀ ਹੈਗੀ ਆ ਉਹਨੂੰ ਇੰਪਰੂਵ ਕਰਨ ਦੇ ਵਿੱਚ ਕੀ ਆਪਣੀ ਹੈਲਪ ਕਰਦੀ ਹੈਗੀ, ਠੀਕ ਆ। ਉਹ ਕਿੱਦਾਂ ਕਰਦੀ ਹੈ, ਕਿਵੇਂ ਕਰਦੀ ਹੈ, ਐਲੈਬੋਰੇਸ਼ਨ ਦੇ ਵਿੱਚ ਦੱਸਾਂਗੇ, ਐਗਜ਼ਾਮਪਲ ਦੇ ਵਿੱਚ ਐਕਸਪਲੇਨ ਕਰਾਂਗੇ ਵੀ ਕੀ ਇਹਦਾ ਕੋਈ ਹੈਗਾ ਆਪਣੇ ਕੋਲੇ ਨੇੜੇ ਤੇੜੇ ਕੋਈ ਐਗਜ਼ਾਮਪਲ, ਠੀਕ ਆ। ਤਾਂ ਉਸ ਤੋਂ ਬਾਅਦ ਆਪਾਂ ਰਿਜ਼ਲਟ ਦੱਸਣਾ ਹੁੰਦਾ ਵਾ। ਹੁਣ ਐਲੈਬੋਰੇਟ ਕਰਨ ਜਾ ਰਹੇ ਹਾਂ ਤਾਂ ਕਨੈਕਟਰ ਕੀ ਯੂਜ਼ ਕੀਤਾ, ਟੂ ਐਲੈਬੋਰੇਟ ਇਟ, ਕਿਉਂਕਿ ਆਪਾਂ BP1 ਦੇ ਵਿੱਚ ਕੀ ਕੀਤਾ ਸੀ, ਟੂ ਐਕਸਪਲੇਨ ਇਟ। ਤਾਂ ਐਨੀਮਲਸ ਡਿਵਰਸਿਟੀ, ਠੀਕ ਹੈ, ਜਿਹੜੀ ਐਨੀਮਲਸ ਡਿਵਰਸਿਟੀ ਉਹ ਕੀ ਆ, ਇਜ਼ ਬੈਸਟ ਸੋਰਸ ਆਫ ਟੂਰਿਜ਼ਮ, ਠੀਕ ਹੈ, ਇਹ ਬੈਸਟ ਸੋਰਸ ਆ ਟੂਰਿਜ਼ਮ ਦਾ। ਹੁਣ ਆਪਾਂ ਦੱਸਿਆ ਸੀ ਨਾ ਕਿ ਹੈਲਪ ਕਰਦਾ ਨੇਸ਼ਨਸ ਇਕੋਨਮੀ ਦੇ ਵਿੱਚ, ਠੀਕ ਆ, ਇੰਪਰੂਵ ਕਰਨ ਦੇ ਵਿੱਚ। ਉਹ ਕਿੱਦਾਂ ਕਰਦਾ, ਹੁਣ ਆਪਾਂ ਉਹ ਦੱਸ ਰਹੇ ਹੈਗੇ ਆ, ਠੀਕ ਆ। ਉਹ ਕੀ ਹੈਗਾ, ਟੂਰਿਜ਼ਮ ਦਾ ਇੱਕ ਬੈਸਟ ਸੋਰਸ ਆ। ਉਹ ਕਿਵੇਂ ਆ, ਹੁਣ ਅੱਗੇ ਫੇਰ ਕਰ ਰਹੇ ਆ। ਇਨ ਅ ਲਾਰਜ ਵੇ ਦਾ ਟਰੈਵਲਸ, ਠੀਕ ਆ, ਜਿਹੜੇ ਟਰੈਵਲਰਸ ਹੈਗੇ ਆ ਉਹ ਲਾਰਜ ਵੇ ਦੇ ਵਿੱਚ ਕੀ ਹੈਗੇ ਆ, ਵਿਜ਼ਿਟਿੰਗ ਦ ਵਾਈਲਡ ਲਾਈਫ ਡੈਸਟੀਨੇਸ਼ਨ। ਉਹ ਜ਼ਿਆਦਾ ਲੋਕ ਕੀ ਕਰਦੇ ਹੈਗੇ ਆ, ਜੰਗਲਾਂ ਵਾਲੀਆਂ ਜਿਹੜੀਆਂ ਮਤਲਬ ਜੰਗਲ ਦੇਖਣਾ ਪਸੰਦ ਕਰਦੇ ਜਾਂ ਵਾਈਲਡ ਲਾਈਫ, ਠੀਕ ਆ, ਉਹ ਮਤਲਬ ਉਹਨਾਂ ਦੀਆਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਇਨ ਦ ਲਾਰਜ ਵੇ, ਠੀਕ ਆ। ਫੋਰ ਇੰਸਟਾਂਸ, ਹੁਣ ਐਗਜ਼ਾਮਪਲ ਦਿੱਤੀ ਹੈਗੀ ਆ, ਅਫਰੀਕਾ ਹੈਜ਼ ਵਨ ਆਫ ਦ ਲਾਰਜੈਸਟ ਵਾਈਲਡ ਲਾਈਫ ਹੈਬੀਟੇਸ਼ਨ, ਠੀਕ ਆ। ਅਤੇ ਜਿਹੜਾ ਅਫਰੀਕਾ ਉਹਦੇ ਕੋਲ ਕੀ ਹੈਗਾ, ਜਿਹੜੀ ਲਾਰਜੈਸਟ ਵਾਈਲਡ ਲਾਈਫ ਹੈਬੀਟੇਸ਼ਨ ਹੈਗੀ ਆ, ਠੀਕ ਆ, ਵਿਚ ਮੇਕਸ ਇਟ ਬੈਨੀਫਿਸ਼ੀਅਲ ਫॉर ਜਨਰੇਟਿੰਗ ਰਿਵੈਨਿਊ ਥਰੂ ਟੂਰਿਜ਼ਮ, ਠੀਕ ਆ। ਕੀ ਕਰਦਾ, ਜਿਹੜਾ ਕਿ ਉਹਨਾਂ ਨੂੰ ਰਿਵੈਨਿਊ ਬਣਾਉਣ ਦੇ ਵਿੱਚ ਹੈਲਪ ਕਰਦਾ ਟੂਰਿਜ਼ਮ, ਠੀਕ ਹੈ, ਟੂਰਿਜ਼ਮ ਦੀ ਹੈਲਪ ਦੇ ਨਾਲ, ਠੀਕ ਆ। ਉਸ ਤੋਂ ਬਾਅਦ ਕੀ ਆਪਾਂ ਕਰ ਦਿੱਤਾ, ਰਿਜ਼ਲਟ, ਕਿਉਂਕਿ ਆਪਾਂ ਇਕੋਨਮੀ ਜਿਹੜੀ ਇੰਪਰੂਵ ਦਾ ਦੱਸ ਰਹੇ ਨਾ, ਉਹੀ ਐਗਜ਼ਾਮਪਲ ਆਪਾਂ ਰਿਲੇਟਡ ਜੀ ਪਾ ਦਿੱਤੀ ਕਿ ਰਿਵੈਨਿਊ ਹੁੰਦਾ ਗਾ ਟੂਰਿਜ਼ਮ ਤੋਂ, ਠੀਕ ਆ। ਤਾਂ ਆਪਣਾ ਕੀ ਹੋ ਗਿਆ ਹੁਣ, ਹੈਂਸ, ਠੀਕ ਹੈ, ਰਿਜ਼ਲਟ ਦੇਣਾ। ਐਜ਼ ਅ ਰਿਜ਼ਲਟ ਕਨੈਕਟਰ ਪਹਿਲਾਂ BP1 'ਚ ਯੂਜ਼ ਕੀਤਾ ਸੀ, ਹੁਣ ਆਪਾਂ BP2 'ਚ ਕੀ ਕਰਾਂਗੇ, ਹੈਂਸ, ਠੀਕ ਆ। ਆਲ ਟਾਈਪਸ ਆਫ ਐਨੀਮਲਸ, ਜਿਹੜੇ
ਹਰ ਇੱਕ ਟਾਈਪ ਦਾ ਜਿਹੜਾ ਐਨੀਮਲ ਹੈਗਾ ਸ਼ੁੱਡ ਬੀ ਪ੍ਰੋਟੈਕਟਡ। ਦਾ ਰਿਜ਼ਲਟ ਕੀ ਹੈਗਾ, ਹੋਣਾ ਚਾਹੀਦਾ ਵਾ ਹਰ ਇੱਕ ਐਨੀਮਲ ਜਿਹੜਾ ਹਰ ਇੱਕ ਟਾਈਪ ਆ ਉਹ ਪ੍ਰੋਟੈਕਟ ਹੋਣੀ ਚਾਹੀਦੀ ਹੈ, ਠੀਕ ਆ। ਇਹ ਰਿਜ਼ਲਟ ਦੇਤਾ। ਹੁਣ ਆਪਾਂ ਕਨਕਲੂਜ਼ਨ ਦੇਣਾ ਹੈਗਾ, ਠੀਕ ਆ। ਤਾਂ ਕਨਕਲੂਜ਼ਨ ਦੇ ਵਿੱਚ ਆਪਾਂ ਕੀ ਕਰਨਾ ਹੈਗਾ, ਪਹਿਲਾਂ ਤਾਂ ਕਨੈਕਟਰ ਦੇ ਨਾਲ ਸਟਾਰਟ ਕਰ ਲਾਂਗੇ, ਟੂ ਕਨਕਲੂਡ ਇਟ, ਠੀਕ ਆ, ਜਾਂ ਫਿਰ ਇਨ ਕਨਕਲੂਜ਼ਨ। ਤਾਂ ਤੁਸੀਂ ਕੋਈ ਵੀ ਕਨੈਕਟਰ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਕੀ ਆਪਾਂ ਲਾਇਆ, ਅਕੋਰਡਿੰਗ ਟੂ ਮਾਈ ਪਰਸਪੈਕਟਿਵ, ਠੀਕ ਆ। ਤਾਂ ਆਪਾਂ ਕੀ ਆ, ਸਟੇਟਮੈਂਟ ਪੜ੍ਹੋ, ਦੇਖੋ, ਟੂ ਵਟ ਐਕਸਟੈਂਟ ਡੂ ਯੂ ਐਗਰੀ। ਤੁਹਾਨੂੰ ਪੁੱਛਿਆ ਸੀ ਨਾ ਡੂ ਯੂ ਐਗਰੀ, ਤੁਸੀਂ ਆਪਣਾ ਪਰਸਪੈਕਟਿਵ ਦੱਸ ਰਹੇ ਆ ਤੁਹਾਡੇ ਓਪੀਨੀਅਨ ਨਾਲ, ਠੀਕ ਆ। ਇਹ ਨਹੀਂ ਹੈਗਾ ਜੇ ਬੋਥ ਵਿਊਜ਼ ਦੇ ਵਿੱਚ ਆਪਾਂ ਨੂੰ ਕਹਿ ਦਿੱਤਾ ਕਿ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਰ ਓਪੀਨੀਅਨ, ਉੱਥੇ ਹੀ ਆਪਾਂ ਓਪੀਨੀਅਨ ਦੇ ਸਕਦੇ ਹਾਂ। ਜਿੱਥੇ ਆਪਾਂ ਨੂੰ ਆਪਣੀ ਗੱਲ ਪੁੱਛੀ ਆ ਡੂ ਯੂ ਐਗਰੀ, ਆਪਾਂ ਨੂੰ ਪੁੱਛਿਆ ਨਾ, ਹੈ ਨਾ, ਕਿ ਤੁਸੀਂ ਐਗਰੀ ਹੋ ਡਿਸਐਗਰੀ, ਤਾਂ ਆਪਾਂ ਆਪਣਾ ਓਪੀਨੀਅਨ ਦੇਣਾ ਹੀ ਹੈਗਾ, ਠੀਕ ਆ। ਤਾਂ ਆਪਾਂ ਹੁਣ ਕੀ ਦੱਸ ਰਹੇ ਹੈਗੇ ਆ, ਅਕੋਰਡਿੰਗ ਟੂ ਮਾਈ ਪਰਸਪੈਕਟਿਵ, ਜਿਹੜੇ ਮੇਰੇ ਪਰਸਪੈਕਟਿਵ ਦੇ ਅਕੋਰਡਿੰਗ, ਮੇਰੇ ਓਪੀਨੀਅਨ ਦੇ ਅਕੋਰਡਿੰਗ, ਈਚ ਐਂਡ ਐਵਰੀ ਐਨੀਮਲਸ, ਠੀਕ ਹੈ, ਜਿਹੜਾ ਹਰ ਇੱਕ ਐਨੀਮਲ ਹੈਗਾ ਹੈਜ਼ ਦੇਅਰ ਓਨ ਇਨਫਲੂਐਂਸ ਔਨ ਦਿਸ ਵਰਲਡ, ਹਰੇਕ ਦਾ ਜਿਹੜਾ ਆਪਣਾ ਇੱਕ ਇਨਫਲੂਐਂਸ ਹੈ ਇਸ ਵਰਲਡ 'ਤੇ, ਠੀਕ ਆ। ਪੀਪਲ ਸ਼ੁੱਡ ਟੇਕ ਸਟੈਪਸ, ਠੀਕ ਆ, ਕੌਮਾ ਯੂਜ਼ ਕੀਤਾ, ਉਸ ਤੋਂ ਬਾਅਦ ਆਪਾਂ ਨੂੰ ਸਟਾਪ ਕਰਨਾ, ਉਸ ਤੋਂ ਬਾਅਦ ਨਵੀਂ ਲਾਈਨ ਸਟਾਰਟ ਹੁੰਦੀ ਆ, ਪੀਪਲ ਸ਼ੁੱਡ ਟੇਕ ਸਟੈਪਸ, ਠੀਕ ਆ, ਲੋਕਾਂ ਨੂੰ ਕੀ ਚਾਹੀਦਾ ਹੈਗਾ, ਸਟੈਪ ਲੈਣੇ ਚਾਹੀਦੇ ਟੂਵਰਡਸ ਦ ਪ੍ਰੋਟੈਕਸ਼ਨ ਆਫ ਐਵਰੀ ਐਨੀਮਲ, ਠੀਕ ਆ, ਹਰੇਕ ਐਨੀਮਲ ਦੀ ਪ੍ਰੋਟੈਕਸ਼ਨ ਦੇ ਲਈ, ਠੀਕ ਆ। ਰੈਦਰ ਦੈਨ ਸਪੈਸੀਫਿਕ ਸਪੀਸੀਜ਼, ਠੀਕ ਆ, ਰੈਦਰ ਦੈਨ ਹੁੰਦਾ ਗਾ ਬਜਾਏ, ਠੀਕ ਆ। ਇਹ ਵੀ ਇੱਕ ਕੰਪਲੈਕਸ ਸੈਂਟੈਂਸ ਆ ਕਿ ਬਜਾਏ ਕਿ ਕੁਛ ਖਾਸ ਸਪੀਸੀਜ਼ ਦੇ ਹਰ ਇੱਕ ਐਨੀਮਲ ਹੀ ਇੰਪੋਰਟੈਂਟ ਆ, ਠੀਕ ਆ। ਉਹਦੀ ਪ੍ਰੋਟੈਕਸ਼ਨ ਦੇ ਲਈ ਮਤਲਬ ਕਿ ਹਿਊਮਨਸ ਨੂੰ ਕੀ ਕਰਨਾ ਚਾਹੀਦਾ ਗਾ, ਸਟੈਪ ਲੈਣੇ ਚਾਹੀਦੇ ਆ, ਜ਼ਰੂਰੀ ਨਹੀਂ ਆ ਕਿ ਕੁਛ ਜਿਹੜੇ ਇੰਪੋਰਟੈਂਟ ਲਈ, ਠੀਕ ਆ। ਤਾਂ ਆਪਾਂ ਦੱਸ ਦਿੱਤਾ। ਹੁਣ ਇਸ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ ਡਿਸਐਗਰੀ ਦੇ ਨਾਲ, ਠੀਕ ਆ। ਆਪਾਂ ਕਿਹਾ ਸੀ ਕੰਪਲੀਟਲੀ ਡਿਸਐਗਰੀ ਹੈਗੇ ਆ। ਉਹ ਤੋਂ ਬਾਅਦ ਆਪਾਂ ਸਾਰੀ ਗੱਲ ਦੱਸ ਦਿੱਤੀ ਕਿ ਕਿਹੜੀ ਐਕਸਟੈਂਟ ਤੱਕ ਆਪਾਂ ਕੰਪਲੀਟਲੀ ਐਕਸਟੈਂਟ ਤੱਕ ਦੱਸਿਆ ਸੀਗਾ, ਦੋਨੋਂ ਆਪਾਂ ਡਿਸਐਗਰੀ ਦੇ ਪੁਆਇੰਟ ਦੇ ਤੇ ਕਿਉਂ ਜਿਹੜੇ ਇੰਪੋਰਟੈਂਟ ਆ, ਤੇ ਕਨਕਲੂਜ਼ਨ ਦੇ ਵਿੱਚ ਵੀ ਦੱਸ ਦਿੱਤਾ ਆਪਾਂ, ਠੀਕ ਆ। ਤਾਂ ਆਪਣਾ ਜਿਹੜਾ ਰਾਈਟਿੰਗ ਬੈਚ ਉਹ ਸਟਾਰਟ ਹੈਗਾ 13 ਫੈਬ ਤੋਂ ਜਿਹੜੀਆਂ ਕਲਾਸਿਸ ਹੋਣਗੀਆਂ। ਉਸ ਤੋਂ ਬਾਅਦ ਜਿਹੜੀ ਕੋਈ ਐਡਮਿਸ਼ਨ ਨਹੀਂ ਹੋਊਗੀ, ਉਸ ਤੋਂ ਪਹਿਲਾਂ ਜੇ ਕੋਈ ਸਟੂਡੈਂਟ ਦਾ ਐਗਜ਼ਾਮ ਨੀਅਰ ਹੈਗਾ ਜਾਂ ਫਿਰ ਕੋਈ ਬੱਚਾ ਜਿਹੜਾ ਆਨਲਾਈਨ ਕਲਾਸ ਲੈਣਾ ਚਾਹੁੰਦਾ ਤਾਂ ਉਹ ਆਪਣੀ ਐਡਮਿਸ਼ਨ ਕਰਾ ਸਕਦਾ ਹੈਗਾ, ਠੀਕ ਆ। ਆਈ ਹੋਪ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।